ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ। ਤਿਨ ਤਨ ਜਣੇਂਦੀ ਮਾਓ, ਆਏ ਸਫਲ ਸੇ। ਧਨ ਸੋ ਵੰਸ ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਜਿਨ ਸਾਸ ਗਿਰਾਸਤ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗਾਹ ਹਰ ਜਨ ਬਣੇ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦਾ ਹੋਕਾ ਘਰ ਘਰ ਪਹੁੰਚਾਉਣ ਲਈ ਇੱਕ ਨਿਰੰਕਾਰੀ ਜੋਤ 23 ਸਤੰਬਰ 1903 ਨੂੰ ਬੁੱਧਵਾਰ ਵਾਲੇ ਦਿਨ ਪਿੰਡ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਵਿਖੇ ਪ੍ਰਗਟ ਹੋਈ। ਇਸ ਜੋਤ ਵਾਲੇ ਬਾਲ ਦਾ ਨਾਂ ਉਸਦੇ ਪਿਤਾ ਸਰਦਾਰ ਮਿਹਰ ਸਿੰਘ ਅਤੇ ਪੂਜਨੀਕ ਮਾਤਾ ਸਰਦਾਰਨੀ ਹਰਨਾਮ ਕੌਰ ਨੇ ਹਜ਼ਾਰਾ ਸਿੰਘ ਰੱਖਿਆ। ਨਾਮ ਦੀ ਬਖਸ਼ਿਸ਼ ਵੀ ਧੁਰੋਂ ਹੀ ਹੋਈ ਸੀ, ਜਿਸ ਨੇ ਸ਼ਾਹ ਬਣ ਕੇ ਹਜ਼ਾਰਾਂ ਲੱਖਾਂ ਲੋਕਾਂ ਦੇ ਪਰਦੇ ਕੱਜਣੇ ਸਨ। ਲੱਖਾਂ ਲੋਕਾਂ ਨੂੰ ਬਾਂਹ ਫੜ ਕੇ ਗੁਰੂ ਨਾਨਕ ਸਾਹਿਬ ਦੇ ਲੜ ਲਾਉਣਾ ਸੀ। ਉਹ ਬਾਲ ਸੀ ਹਜ਼ਾਰਾ ਸਿੰਘ। ਆਪ 5 ਭਰਾਵਾਂ ਠਾਕੁਰ ਸਿੰਘ, ਆਸਾ ਸਿੰਘ, ਦਾਰਾ ਸਿੰਘ, ਫੌਜਾ ਸਿੰਘ ਅਤੇ ਹਜ਼ਾਰਾ ਸਿੰਘ ਵਿੱਚੋਂ ਸਭ ਤੋਂ ਛੋਟੇ ਸਨ। ਫੌਜਾ ਸਿੰਘ ਛੋਟੀ ਉਮਰ ਵਿੱਚ ਹੀ ਚੜ੍ਹਾਈ ਕਰ ਗਏ ਸਨ। ਆਪ ਦੇ ਦਾਦਾ ਸਰਦਾਰ ਮੀਹਾਂ ਸਿੰਘ ਪਿੰਡ ਦੇ ਇੱਜ਼ਤਦਾਰ ਵਿਅਕਤੀ ਸਨ। ਆਰਥਿਕ ਪੱਖੋਂ ਵੀ ਇਹ ਪਰਿਵਾਰ ਕਾਫੀ ਸੌਖਾ ਸੀ ਅਤੇ ਜ਼ੈਲਦਾਰਾਂ ਦਾ ਟੱਬਰ ਖਵਾਉਂਦਾ ਸੀ। ਆਪ ਦੇ ਨਾਨਕੇ ਪਿੰਡ ਪੁੱਸੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਨ। ਉਹ ਵੀ ਸੌਖੇ ਸਰਦਾਰਾਂ ਦਾ ਪਰਿਵਾਰ ਸੀ। ਛੋਟੇ ਹੋਣ ਕਰਕੇ ਆਪ ਆਪਣੇ ਪਰਿਵਾਰ ਵਿੱਚ ਵਧੇਰੇ ਪਿਆਰੇ ਤੇ ਲਾਡਲੇ ਸਨ। ਬਚਪਨ ਖੇਡਦਿਆਂ ਮਿਲਦਿਆਂ ਬੀਤਿਆ। ਆਪ ਦੇ ਮਾਤਾ ਪਿਤਾ ਨੇ ਆਪ ਨੂੰ ਪਿੰਡ ਘੁੰਮਣ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਇਆ। ਆਪ ਬਚਨ ਕਰਦੇ ਹੁੰਦੇ ਸਨ, ਅਸੀਂ ਕਿੱਡੇ ਕਿੱਡੇ ਸਾਂ ਜਦੋਂ ਪੜ੍ਹਨੇ ਜਾਣ ਲੱਗੇ ਸਾਂ। ਉਦੋਂ ਵੱਡੀ ਜੰਗ, ਪਹਿਲਾ ਸੰਸਾਰ ਯੁੱਧ ਲੱਗੀ ਹੋਈ ਸੀ ਜਦੋਂ ਅਸੀਂ 4ਥੀ ਜਮਾਤ ਪਾਸ ਕੀਤੀ। ਇਸ ਸਕੂਲ ਵਿੱਚੋਂ ਆਪ ਨੇ 4 ਜਮਾਤਾਂ ਪਾਸ ਕੀਤੀਆਂ। ਪੜ੍ਹਾਈ ਦਾ ਮਾਧਿਅਮ ਉਰਦੂ ਸੀ, ਇਸ ਲਈ ਆਪ ਉਰਦੂ ਪੜ੍ਹਨ ਵਿੱਚ ਨਿਪੁੰਨ ਹੋ ਗਏ। 4 ਜਮਾਤਾਂ ਪੜ੍ਹਨ ਉਪਰੰਤ ਆਪ ਅੱਗੋਂ ਹੋਰ ਪੜ੍ਹਨ ਵਾਸਤੇ ਨਹੀਂ ਗਏ। ਘਰ ਦੀ ਖੇਤੀਬਾੜੀ ਦੇ ਕੰਮ ਵਿੱਚ ਹੀ ਲੱਗ ਗਏ। ਪਰਿਵਾਰ ਵਿੱਚ ਸਭ ਤੋਂ ਛੋਟੇ ਹੋਣ ਕਰਕੇ ਬਹੁਤਾ ਕੰਮ ਵੱਲੋਂ ਨਹੀਂ ਸੀ ਕਿਹਾ ਜਾਂਦਾ। ਘਰ ਵਿੱਚ ਖਾਣਾ ਪੀਣਾ ਖੁੱਲ੍ਹਾ ਸੀ, ਸਭ ਬਰਕਤਾਂ ਸਨ। ਇਸ ਲਈ ਆਪ ਸਰੀਰਕ ਤੌਰ 'ਤੇ ਵੀ ਕਾਫੀ ਤਕੜੇ ਹੋ ਗਏ। ਆਪ ਭਾਵੇਂ ਬਲਵਾਨ ਜੁੱਸੇ ਵਾਲੇ ਸਨ, ਪਰ ਫਿਰ ਵੀ ਆਪ ਬਚਨ ਕਰਿਆ ਕਰਦੇ ਸਨ ਕਿ ਅਸੀਂ ਤਾਂ ਐਵੇਂ ਮੁੱਢ ਸੁੱਢ ਜਿਹੇ ਰਹਿ ਗਏ। ਸਾਡਾ ਵੱਡਾ ਭਰਾ ਠਾਕੁਰ ਸਿੰਘ ਬੜੇ ਬਲ ਵਾਲਾ ਸੀ। ਉਹ ਝੋਟੇ ਨੂੰ ਧੌਣ ਤੋਂ ਫੜ ਕੇ ਖੜਾ ਕਰ ਛੱਡਦਾ, ਹਿੱਲਣ ਨਹੀਂ ਸੀ ਦਿੰਦਾ। ਪਰਿਵਾਰ ਦੇ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵੀ ਵਟਾਉਣਾ ਅਤੇ ਸਰੀਰਕ ਕਸਰਤ ਵੀ ਕਰਨੀ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਸੰਤ ਬਚਨ ਕਰਿਆ ਕਰਦੇ ਸਨ। ਉਹਨਾਂ ਦਿਨਾਂ ਵਿੱਚ ਰਾਸਾਂ ਪੈਂਦੀਆਂ ਸਨ, ਛਿੰਝਾਂ ਲੱਗਦੀਆਂ ਸਨ, ਢਾਡੀ ਦਰਬਾਰ ਲੱਗਦੇ। ਦੂਰ ਦੂਰ ਤੱਕ ਵੀ ਵੇਖਣ ਜਾਣਾ, ਅੱਗੇ ਹੋ ਕੇ ਬਹਿਣਾ। ਜਦੋਂ ਰਾਸ ਪੈਣੀ ਜਾਂ ਕਵੀਸ਼ਰ ਲੱਗਣੇ ਤਾਂ ਅੱਗੇ ਹੋ ਕੇ ਬੜੇ ਧਿਆਨ ਨਾਲ ਸੁਣਨਾ, ਕੋਈ ਗੱਲ ਰਹਿ ਨਾ ਜਾਵੇ। ਕਈ ਵਾਰੀ 20-20 ਮੀਲ ਦੂਰ ਵੀ ਵੇਖਣ ਜਾਣਾ। ਜੇ ਘਰੋਂ ਘੋੜੀ ਮਿਲ ਜਾਂਦੀ ਤਾਂ ਉਹਦੀ ਸਵਾਰੀ ਕਰ ਲੈਣੀ, ਨਹੀਂ ਤਾਂ ਤੁਰ ਕੇ ਚਲੇ ਜਾਣਾ। ਰੂਪ ਬਸੰਤ, ਭਰਥਰੀ ਹਰੀ, ਪੂਰਨ ਭਗਤ ਦੇ ਕਿਸੇ ਚੰਗੇ ਲੱਗਦੇ ਸਨ। ਜਦੋਂ ਕਦੀ ਕਵੀਸ਼ਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਉਂਦੇ ਤਾਂ ਸਾਥੋਂ ਸੁਣਿਆ ਨਾ ਜਾਣਾ, ਮਨ ਭਰ ਆਉਂਦਾ। ਬਾਅਦ ਵਿੱਚ ਆਪ ਦੇ ਡੇਰੇ ਵੀ ਕਈ ਵਾਰ ਸਿੱਖ ਇਤਿਹਾਸ ਦੀ ਕੋਈ ਪੁਸਤਕ ਪੜ੍ਹਦਿਆਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਆਉਣਾ ਤਾਂ ਆਪ ਨੇ ਕਹਿਣਾ, 2 ਪੱਤਰੇ ਅੱਗੇ ਲੈ ਜਾ, ਇਹ ਸਾਥੋਂ ਸੁਣਿਆ ਨਹੀਂ ਜਾਂਦਾ। ਕਿੰਨਾ ਕੋਮਲ ਹੋਵੇਗਾ ਆਪ ਦਾ ਹਿਰਦਾ। ਇੰਝ ਹੀ ਹੌਲੀ ਹੌਲੀ ਸਮਾਂ ਬਤੀਤ ਹੁੰਦਾ ਗਿਆ। ਇਸੇ ਹੀ ਪਿੰਡ ਦੇ ਇੱਕ ਗੁਰਮੁਖ ਪਿਆਰੇ ਭਾਈ ਹਰਦਿੱਤ ਸਿੰਘ ਸਨ।
ਸੰਤਾਂ ਦੇ ਬਚਨ ਅਨੁਸਾਰ ਹਰਦਿੱਤ ਸਿੰਘ ਬ੍ਰਹਮ ਗਿਆਨੀ ਸੀ, ਪਰ ਗੁਪਤ ਰਿਹਾ। ਪਿੰਡ ਵਾਲੇ ਉਸ ਨੂੰ ਪਛਾਣ ਨਹੀਂ ਸਕੇ। ਉਸਨੇ ਸਾਡੇ ਤੇੜ ਬੱਧੇ ਪਰਨਿਆਂ ਦਾ ਇੱਕ ਲੜ ਫੜ ਕੇ ਪਿੱਛੇ ਟੰਗ ਦਿੱਤਾ ਤੇ ਕਿਹਾ, ਇਹ ਤੁਹਾਡੇ ਕਛਹਿਰੇ ਬਣ ਗਏ। ਉਹਨਾਂ ਪਰਨਿਆਂ ਤੋਂ ਬਣੇ ਕਛਹਿਰਿਆਂ ਦੇ ਖੱਬੇ ਪਾਸੇ ਦਾਤਰੀਆਂ ਟੰਗ ਦਿੱਤੀਆਂ ਤੇ ਕਹਿਣ ਲੱਗੇ, ਇਹ ਤੁਹਾਡੇ ਸ੍ਰੀ ਸਾਹਿਬ ਹੋ ਗਏ। ਫਿਰ ਬਾਟੇ 'ਚ ਪਏ ਜਲ ਵਿੱਚ ਕਿਰਪਾਨ ਫੇਰ ਕੇ ਬਾਣੀਆਂ ਪੜ੍ਹੀਆਂ ਤੇ ਉਹ ਜਲ ਸਾਨੂੰ ਛਕਾਇਆ ਤੇ ਨਾਲ ਹੀ ਕਹਿਣ ਲੱਗਾ, ਅੱਜ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਇੰਝ ਹੀ ਤੁਸੀਂ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਸਿੰਘ ਸੱਜਣਾ ਹੈ। ਇਹ ਤਾਂ ਸਿਰਫ ਤੁਹਾਨੂੰ ਦੱਸਿਆ ਹੀ ਹੈ ਕਿ ਸਿੰਘ ਕਿਵੇਂ ਸੱਜੀਦਾ ਹੈ। ਦਿਨੇ ਰਾਤ ਉਸ ਗੁਰਮੰਤਰ ਵਾਹਿਗੁਰੂ ਦੀ ਘਾਲ ਕਮਾਈ ਕਰਨੀ ਹੈ, ਨਾਲ ਵੈਸ਼ਨੋ ਬਿਰਤੀ ਰੱਖਣੀ ਹੈ। ਮਾਸ ਸ਼ਰਾਬ ਨਹੀਂ ਵਰਤਣਾ। ਇਹ ਵਿਵੇਕ ਨੂੰ ਪ੍ਰਿਸ਼ਟ ਕਰਦੇ ਹਨ। ਸਵੇਰੇ ਸ਼ਾਮ ਨਿਤਨੇਮ ਜ਼ਰੂਰ ਕਰਨਾ ਹੈ। ਕਿਸੇ ਦਾ ਹੱਕ ਨਹੀਂ ਖਾਣਾ, ਅਣਦਿੱਤਾ ਨਹੀਂ ਲੈਣਾ। ਗੁਰਦੁਆਰੇ ਵੀ ਰੋਜ਼ ਆਇਆ ਕਰੋ। ਉਂਝ ਜਦੋਂ ਹਰਦਿੱਤ ਸਿੰਘ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਈ ਕਿਹਾ ਤਾਂ ਪਤਾ ਨਹੀਂ ਇੱਕ ਸੀਕਰ ਜਿਹੀ ਹਰ ਵੇਲੇ ਅੰਦਰ ਵੱਜਣੀ ਸ਼ੁਰੂ ਹੋ ਗਈ। ਪਿਛਲੀ ਘਾਲ ਕਮਾਈ ਦਾ ਦੁੱਧ ਰੂਪੀ ਭੰਡਾਰਾ ਤਾਂ ਪਹਿਲਾਂ ਹੀ ਅੰਦਰ ਮੌਜੂਦ ਸੀ। ਧੁਰੋਂ ਨਾਲ ਲੈ ਕੇ ਆਏ ਸਨ, ਸਿਰਫ ਜਾਗ ਦੀ ਲੋੜ ਸੀ। ਉਹ ਭਾਈ ਹਰਦਿੱਤ ਸਿੰਘ ਹੁਰਾਂ ਲਾ ਦਿੱਤੀ। ਇੱਕ ਧੁਨ ਜਿਹੀ ਲਗਾਤਾਰ ਉੱਠਦੀ ਰਹਿੰਦੀ, ਸ਼ਬਦ ਅੰਦਰ ਚੱਲਦਾ, ਪਤਾ ਨਾ ਲੱਗਣਾ ਇਹ ਕੀ ਹੋਇਆ ਹੈ, ਪਰ ਅਸਾਂ ਹੋਊ ਪਰੇ ਕਰ ਛੱਡਣਾ। ਇੱਧਰ ਧਿਆਨ ਨਾ ਦੇਣਾ, ਆਪਣੇ ਧੰਦਿਆਂ 'ਚ ਲੱਗੇ ਰਹੇ। ਇਸੇ ਪਿੰਡ ਦੇ ਇੱਕ ਹੋਰ ਗੁਰਮੁਖ ਸਿੱਖ ਭਾਈ ਮੱਲਾ ਸਿੰਘ ਸਨ। ਸੰਤ ਦੱਸਦੇ ਹੁੰਦੇ ਸਨ ਕਿ ਮੱਲਾ ਸਿੰਘ ਵੀ ਬ੍ਰਹਮ ਗਿਆਨੀ ਸੀ। ਇੱਕ ਵਾਰੀ ਇੱਕ ਪਿਆਰੇ ਨੇ ਸੰਤਾਂ ਨੂੰ ਪੁੱਛਿਆ, ਆਪ ਨੂੰ ਬ੍ਰਹਮ ਗਿਆਨੀ ਕਿਉਂ ਕਹਿੰਦੇ ਹਨ? ਤਾਂ ਆਪ ਨੇ ਸਹਿਜ ਸੁਭਾਅ ਉੱਤਰ ਦਿੱਤਾ, ਅਸੀਂ ਬ੍ਰਹਮ ਗਿਆਨੀਆਂ ਦੀ ਕੁਲ ਵਿੱਚੋਂ ਹਾਂ, ਤਾਂ ਕਰਕੇ। ਮੱਲਾ ਸਿੰਘ ਬ੍ਰਹਮ ਗਿਆਨੀ ਸੀ, ਹਰਦਿੱਤ ਸਿੰਘ ਵੀ ਬ੍ਰਹਮ ਗਿਆਨੀ ਸੀ। ਇਸੇ ਕਰਕੇ ਲੋਕੀ ਸਾਨੂੰ ਕਹੀ ਜਾਂਦੇ ਹਨ। ਵਿਸਮਾਦ ਦੀ ਬਾਤ ਹੈ ਕਿ ਆਪ ਨੇ ਆਪਣੇ ਦਾਦਕਿਆਂ ਜਾਂ ਨਾਨਕਿਆਂ ਦੀ ਕੁਲ ਨਹੀਂ ਕਿਹਾ, ਜੈਸਾ ਕਿ ਅਸੀਂ ਸੰਸਾਰੀ ਜੀਵ ਕਹਿੰਦੇ ਹਾਂ। ਸਿੱਖ ਅਤੇ ਗੁਰੂ ਦੋਹਾਂ ਲਈ ਬਿੰਦੀ ਨਾਲੋਂ ਨਾਦੀ ਕੁਲ ਵਧੇਰੇ ਮਹੱਤਵਪੂਰਨ ਹੈ। ਪਿੰਡ ਤੋਂ ਮੀਲ ਕੋ ਹਟਵਾਂ ਉੱਤਰ ਦੀ ਬਾਹੀ ਮੱਲਾ ਸਿੰਘ ਦਾ ਖੂਹ ਸੀ, ਜਿੱਥੇ ਉਹ ਹਰ ਵੇਲੇ ਭਗਤੀ ਭਾਵ ਵਿੱਚ ਗੁਣੂੰਦ ਰਹਿੰਦੇ। ਮੱਲਾ ਸਿੰਘ ਸਾਰੀ ਉਮਰ ਜਤੀ ਰਹੇ। ਸੰਤ ਬਾਬਾ ਜੀ ਅਕਸਰ ਉਹਨਾਂ ਦਾ ਨਾਂ ਲੈਂਦੇ ਤੇ ਕਈ ਬਚਨ ਸੁਣਾਉਂਦੇ। ਮੱਲਾ ਸਿੰਘ ਜਪਜੀ ਦੇ ਕਈ ਪਾਠ ਰੋਜ਼ ਕਰਦੇ, ਨੇਮ ਨਾਲ ਯੋਗ ਵਿਸ਼ਿਸ਼ਟ ਪੜ੍ਹਦੇ। ਜਿੱਥੇ ਕਿਤੇ ਵੀ ਕਿਸੇ ਸਾਧੂ ਮਹਾਤਮਾ ਦਾ ਪਤਾ ਲੱਗਦਾ, ਉੱਥੇ ਹੀ ਪੁੱਜਦੇ, ਵਿਚਾਰ ਚਰਚਾ ਕਰਦੇ। ਕਹਿੰਦੇ ਸਨ, ਅਸੀਂ ਤਾਂ ਤਤ ਦੇ ਢੁੰਡਾਊ ਹਾਂ, ਜਿੱਥੋਂ ਦਾਣਾ ਲੱਭਾ ਲੈ ਲਿਆ, ਬਾਕੀ ਛੱਡ ਦਿੱਤਾ। ਕਿਸੇ ਨੂੰ ਮਾੜਾ ਨਹੀਂ ਕਹਿਣਾ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਕਿਸੇ ਨਾਲ ਬਹਿਸ ਨਹੀਂ ਕਰਨੀ। ਸਰੀਰਕ ਕਸਰਤ ਰੋਜ਼ਾਨਾ ਕਰਦੇ। ਉਹਨਾਂ ਇੱਕ ਕਨਾਲ ਥਾਂ ਇਸੇ ਕੰਮ ਲਈ ਰੱਖਿਆ ਹੁੰਦਾ ਸੀ, ਜਿੱਥੇ ਉਹ ਰੋਜ਼ ਕਹੀ ਨਾਲ ਥਾਂ ਗੋੜਦੇ। ਥੋੜ੍ਹੀ ਬਹੁਤ ਦੇਸੀ ਦਵਾਈ ਬੂਟੀ ਵੀ ਜਾਣਦੇ ਸਨ। ਉਂਝ ਖਾਣ ਸੌਣ ਅਤੇ ਬੋਲਣ ਦਾ ਬੜਾ ਸੰਜਮ ਰੱਖਦੇ। ਅਗਸਤ 1946 ਵਿੱਚ ਉਹਨਾਂ ਦੀ ਸਿਹਤ ਕੁਝ ਢਿੱਲੀ ਹੋਈ। ਪਰਿਵਾਰ ਵਾਲੇ ਉਹਨਾਂ ਨੂੰ ਖੂਹ ਤੋਂ ਘਰ ਲੈ ਆਏ। ਸੰਤ ਬਾਬਾ ਜੀ ਪਤਾ ਲੈਣ ਗਏ। ਪੁੱਛਣ ਲੱਗੇ, ਤਾਇਆ ਕੀ ਗੱਲ ਹੈ, ਕੀ ਢਿੱਲ ਹੈ? ਮੱਲਾ ਸਿੰਘ ਹੋਰੀ ਹੌਲੀ ਨਾਲ ਬੋਲੇ, ਜਾਣ ਦਾ ਵੇਲਾ ਆ ਗਿਆ। ਸੰਤ ਪੁੱਛਣ ਲੱਗੇ, ਮਨ ਟਿਕਿਆ ਹੈ ਕਿ ਡਰਦਾ ਹੈ? ਉਹਨਾਂ ਕਿਹਾ, ਮਨ ਟਿਕਿਆ ਹੋਇਆ ਹੈ। ਜਦੋਂ ਮਰਦਾ ਹੀ ਕੁਝ ਨਹੀਂ ਤਾਂ ਡਰ ਕਾਹਦਾ? ਸਿਰਫ ਸੱਪ ਦੀ ਖੂੰਝ ਲਾਉਣ ਵਾਂਗੂ ਸਰੀਰ 'ਚੋਂ ਬਾਹਰ ਨਿਕਲਣਾ ਹੈ। ਨਾਲ ਹੀ ਕਿਹਾ, ਹਜ਼ਾਰਾ ਸਿਆਂ ਤੂੰ ਸਾਥੋਂ ਅਗਾਂਹ ਲੰਘ ਗਿਆ, ਤੈਨੂੰ ਸਭ ਕੁਝ ਸੋਝੀ ਹੈ, ਮੈਨੂੰ ਕੀ ਪੁੱਛਣਾ? ਜਦੋਂ ਆਪ ਪਤਾ ਲੈ ਕੇ ਆਪਣੇ ਘਰ ਆ ਗਏ ਤਾਂ ਅੱਧੇ ਘੰਟੇ ਬਾਅਦ ਮੱਲਾ ਸਿੰਘ ਹੋਰਾਂ ਸਰੀਰ ਤਿਆਗ ਦਿੱਤਾ। ਸੰਸਾਰ ਵੱਲੋਂ ਪੂਰੀ ਤਰ੍ਹਾਂ ਨਿਰਲੇਪ ਮੱਲਾ ਸਿੰਘ ਹੋਰਾਂ ਦੀ ਇੱਕ ਗੱਲ ਆਮ ਮਸ਼ਹੂਰ ਸੀ ਕਿ ਉਹਨਾਂ ਨੇ ਔਰਤਾਂ ਨੂੰ ਕਹਿਣਾ ਕਿ ਮੱਲਾ ਸਿੰਘ ਮਰ ਗਿਆ, ਬੀਬੀਓ ਇਹਨੂੰ ਪਿੱਟੋ, ਇਹ ਮਰ ਗਿਆ। ਬਹੁਤੇ ਲੋਕ ਇਸ ਗੱਲ ਨੂੰ ਸਮਝ ਨਹੀਂ ਸਕੇ ਕਿ ਮਰਨ ਕਿਸ ਨੂੰ ਕਹਿੰਦੇ ਸਨ।
ਇੱਕ ਵਾਰੀ ਦੋ ਮੁਸਲਮਾਨ ਫਕੀਰ ਉਹਨਾਂ ਨੂੰ ਮਿਲਣ ਉਹਨਾਂ ਦੇ ਖੂਹ 'ਤੇ ਆਏ। ਦੋਵੇਂ ਫਕੀਰ ਅੱਲਾ ਦੇ ਪਿਆਰੇ ਸਨ। ਉਹਨਾਂ ਮੱਲਾ ਸਿੰਘ ਦੀ ਭਗਤੀ ਭਾਵਨਾ ਤੇ ਉੱਚੀ ਅਵਸਥਾ ਬਾਰੇ ਸੁਣਿਆ ਸੀ। ਸੋਚਣ ਲੱਗੇ, ਚਲੋ ਐਸੇ ਪਿਆਰੇ ਦੇ ਦਰਸ਼ਨ ਕੀਤੇ ਜਾਣ। ਪਰ ਨਾਲ ਹੀ ਉਹਨਾਂ ਦੇ ਮਨ ਵਿੱਚ ਮੱਲਾ ਸਿੰਘ ਹੋਰਾਂ ਦੀ ਪਰਖ ਕਰਨ ਦੀ ਬਿੜਕ ਜਾਗ ਪਈ। ਦੋਹਾਂ ਸਲਾਹ ਕੀਤੀ ਕਿ ਜਾਂਦੇ ਸਾਰ ਚੁੱਪ ਚੁਪੀਤੇ ਉਸਦੇ ਸਿਰ 'ਤੇ ਹੌਲੀ ਜਿਹੀ ਇੱਕ ਸੋਟਾ ਮਾਰ ਦਈਏ। ਜੇ ਤਾਂ ਉਹ ਸਹਿਜ ਵਿੱਚ ਰਹਿ ਕੇ ਪ੍ਰੇਮਾ ਭਾਵ ਵਿੱਚ ਰਹਿ ਕੇ ਬੋਲਿਆ, ਆਓ ਭਗਤ ਕੀਤੀ, ਤਾਂ ਸਮਝੋ ਗਿਆਨਵਾਨ ਹੋ ਗਿਆ ਹੈ, ਅੱਲਾ ਦਾ ਪਿਆਰਾ ਹੈ, ਮਾਰਫਤ ਨੂੰ ਪੁੱਜਿਆ ਹੈ। ਜੇ ਅੱਗੋਂ ਭੜਕ ਪਿਆ ਤਾਂ ਸਮਝਾਂਗੇ ਅਜੇ ਕੱਚਾ ਹੈ। ਇਹ ਮਤਾ ਰਾਹ ਵਿੱਚ ਹੀ ਪਕਾ ਲਿਆ। ਮੱਲਾ ਸਿੰਘ ਜੀ ਅੰਤਰਜਾਮੀ ਸਨ। ਜਦੋਂ ਦੋਵੇਂ ਫਕੀਰ ਉੱਥੇ ਖੂਹ 'ਤੇ ਪੁੱਜੇ ਤਾਂ ਮੱਲਾ ਸਿੰਘ ਉੱਥੋਂ ਅੱਗੇ ਪਿੱਛੇ ਚਲੇ ਗਏ। ਕੋਲ ਬੈਠੇ ਸੱਜਣ ਨੇ ਉਹਨਾਂ ਨੂੰ ਆਦਰ ਨਾਲ ਬਿਠਾਇਆ, ਜਲ ਪਾਣੀ ਛਕਾਇਆ ਤੇ ਦੱਸਿਆ ਕਿ ਉਹ ਇੱਥੇ ਹੀ ਕਿਤੇ ਗਏ ਹਨ, ਬਸ ਹੁਣੇ ਹੀ ਆ ਜਾਣਗੇ। ਇਹ ਕਹਿ ਕੇ ਉਹ ਫਿਰ ਪੋਥੀ ਪੜ੍ਹਨ ਲੱਗ ਪਿਆ। ਉਹ ਬੜੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਪੜ੍ਹ ਰਿਹਾ ਸੀ। ਉਹ ਦੋਵੇਂ ਫਕੀਰ ਵੀ ਨਿਮਗਨ ਬੈਠੇ ਸੁਣਨ ਲੱਗ ਪਏ। ਇੰਨੇ ਨੂੰ ਮੱਲਾ ਸਿੰਘ ਹੋਰੀ ਚੁੱਪਚਾਪ ਪਿੱਛੋਂ ਦੀ ਆਏ ਤੇ ਦੋਹਾਂ ਦੇ ਸਿਰ ਵਿੱਚ ਇੱਕ ਇੱਕ ਸੋਟਾ ਹੌਲੀ ਜਿਹੀ ਕੱਢ ਮਾਰਿਆ। ਉਹ ਦੋਵੇਂ ਫਕੀਰ ਸਮਝ ਗਏ ਤੇ ਮੱਲਾ ਸਿੰਘ ਦੇ ਚਰਨੀ ਢਹਿ ਪਏ। ਉਹ ਜੋ ਵੇਖਣ ਆਏ ਸਨ ਵੇਖ ਲਿਆ। ਭਾਈ ਮੱਲਾ ਸਿੰਘ ਆਪ ਨੂੰ ਰਸਤੇ ਪੈਂਡੇ ਜਦੋਂ ਵੀ ਮਿਲਦੇ ਆਪਣੇ ਕੋਲ ਆਉਣ ਲਈ ਕਹਿੰਦੇ, ਨਾਲ ਹੀ ਪੱਕੀ ਕਰਦੇ ਕਿ ਵੈਸ਼ਨੋ ਬਿਰਤੀ ਰੱਖ ਕੇ ਬਾਣੀ ਪੜ੍ਹਨੀ ਤੇ ਨਾਮ ਜਪਣਾ ਚਾਹੀਦਾ ਹੈ, ਮਲਪੱਖ ਨਹੀਂ ਵਰਤਣੇ ਚਾਹੀਦੇ। ਇਹ ਬੁੱਧੀ ਨੂੰ ਮਲੀਨ ਕਰਦੇ ਹਨ। ਅੰਤ ਨੂੰ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਸੰਤਾਂ ਨੇ ਗੱਲ ਸੁਣ ਲੈਣੀ, ਪਰ ਹਉ ਪਰੇ ਕਰ ਛੱਡਣੀ। ਇੰਝ ਹੀ ਕਿੰਨਾ ਸਮਾਂ ਚੱਲਦਾ ਰਿਹਾ। ਇੱਕ ਵਾਰ ਸੰਤਾਂ ਨੇ ਦੱਸਿਆ ਕਿ ਸਾਨੂੰ ਮੱਲਾ ਸਿੰਘ ਨੇ ਇੱਕ ਵਾਰੀ ਰੋਕ ਕੇ ਕਿਹਾ, ਤੇਰੇ ਅੰਦਰ ਕੁਝ ਹੋਰ ਵੀ ਗੱਲ ਹੈ। ਇਹ ਜਿਹੜੀ ਸੀਕਰ ਜਿਹੀ ਤੇਰੇ ਅੰਦਰ ਚੱਲਦੀ ਹੈ, ਇਹਦੇ ਵੱਲ ਧਿਆਨ ਦੇ, ਇਸ ਦੀ ਬਿੜਕ ਰੱਖ, ਇਹ ਬੜੇ ਕੰਮ ਦੀ ਚੀਜ਼ ਹੈ। ਉਦੋਂ ਉਸ ਗੱਲ ਦੀ ਸੁਣ ਕੇ ਸਾਨੂੰ ਹੈਰਾਨੀ ਜਿਹੀ ਹੋਈ ਕਿ ਸੀਕਰ ਤਾਂ ਸਾਡੇ ਅੰਦਰ ਵੱਜਦੀ ਹੈ, ਇਹਨੂੰ ਕਿੱਦਾਂ ਪਤਾ ਲੱਗਾ? ਪਰ ਫਿਰ ਇਹ ਵਿਚਾਰ ਛੱਡ ਦਿੱਤੀ। ਇੱਕ ਵਾਰੀ ਜਦੋਂ ਉਸੇ ਸਾਨੂੰ ਰੋਕਿਆ ਤਾਂ ਸਾਨੂੰ ਗੁੱਸਾ ਆ ਗਿਆ। ਅਸਾਂ ਕਿਹਾ, ਸਾਡੇ ਰਾਹ 'ਚੋਂ ਪਰਾਂ ਹਟ ਜਾ, ਨਹੀਂ ਤਾਂ ਤੇਰੀ ਆਹ ਤੰਬੀ ਜਿਹੀ ਪਾੜ ਦਿਆਂਗੇ। ਉਹ ਪਾਸੇ ਹਟ ਗਿਆ, ਅੱਗੋਂ ਕੁਝ ਨਾ ਬੋਲਿਆ। ਉਂਝ ਜੇ ਉੱਥੇ ਅੜ ਜਾਂਦਾ ਤਾਂ ਸ਼ਾਇਦ ਇਹ ਆਪਣੇ ਵੱਲੋਂ ਉਹਦੇ ਪੈਰਾਂ 'ਤੇ ਸਿਰ ਰੱਖ ਦਿੰਦਾ। ਇਸੇ ਸਮੇਂ ਆਪ ਜੀ ਦਾ ਆਨੰਦ ਕਾਰਜ ਪਿੰਡ ਭਕੀਵਾਂ ਦੇ ਗੁਰਸਿੱਖ ਪਰਿਵਾਰ ਸਰਦਾਰ ਸੁੰਦਰ ਸਿੰਘ ਦੀ ਬੇਟੀ ਅਵਤਾਰ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਨਾਲ ਹੋਇਆ। ਇਸ ਆਨੰਦ ਕਾਰਜ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਪਿੰਡ ਵਿੱਚ ਇਹ ਪਹਿਲਾ ਆਨੰਦ ਕਾਰਜ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਇਆ। ਬਾਬਾ ਜੀ ਆਪਣੀ ਇਸ ਪਤਨੀ ਨੂੰ ਅਕਸਰ ਗੁਰੂ ਕਹਿ ਕੇ ਬੁਲਾਉਂਦੇ ਸਨ। ਮਾਤਾ ਅਵਤਾਰ ਕੌਰ ਜੀ ਬੜੇ ਜਵਾਨ, ਸੁਸ਼ੀਲ, ਮਿਹਨਤੀ ਤੇ ਸੰਤੋਖੀ ਬਿਰਤੀ ਦੇ ਸਨ। ਆਪ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ। ਵੱਡੇ ਸਰਦਾਰ ਮਹਿੰਦਰ ਸਿੰਘ ਅਤੇ ਛੋਟੇ ਸਰਦਾਰ ਜੋਗਿੰਦਰ ਸਿੰਘ ਸਨ। ਸਾਂਝਾ ਪਰਿਵਾਰ ਹੋਣ ਕਰਕੇ ਨਾ ਤਾਂ ਸੰਤਾਂ ਉੱਤੇ ਕੰਮ ਦਾ ਕੋਈ ਬੋਝ ਸੀ ਅਤੇ ਨਾ ਹੀ ਮਾਤਾ ਜੀ ਉੱਤੇ। ਇੰਝ ਹੀ ਕੁਝ ਸਮਾਂ ਘਰ ਗ੍ਰਸਤੀ ਚੱਲਦੀ ਰਹੀ। ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ, ਜਿਸ ਸੀਕਰ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ, ਉਸ ਵੱਲ ਧਿਆਨ ਜਾਣ ਲੱਗ ਪਿਆ। ਕਈ ਵਾਰੀ ਇਕੱਲਿਆਂ ਬੈਠਿਆਂ ਬਿਰਤੀ ਟਿਕ ਜਾਣੀ। ਇਹ ਸੀਕਰ ਦਿਨੋਂ ਦਿਨ ਵੱਧਦੀ ਗਈ। ਭਾਈ ਹਰਦਿੱਤ ਸਿੰਘ ਅਤੇ ਭਾਈ ਮੱਲਾ ਸਿੰਘ ਦੇ ਬਚਨ ਅਕਸਰ ਯਾਦ ਆਉਂਦੇ। ਉਰਦੂ ਦਾ ਇੱਕ ਗੁਟਕਾ ਲੈ ਆਂਦਾ। ਇਸੇ ਸਮੇਂ ਆਪਣੇ ਇੱਕ ਭਰਾ ਨਾਲ ਆਪ ਅਨੰਦਪੁਰ ਸਾਹਿਬ ਦੇ ਮੇਲੇ ਗਏ। ਹੋਲਾ ਮਹੱਲਾ ਸੀ। ਆਪ ਦੀਵਾਨ ਵਿੱਚ ਬੈਠ ਗਏ। ਸਾਰੀ ਸੰਗਤ ਪੂਰੀ ਤਰ੍ਹਾਂ ਜੁੜੀ ਹੋਈ ਸੀ। ਇੱਕ ਗੁਰਮੁਖ ਪਿਆਰਾ ਢਾਡੀ ਸਿੰਘ ਗੁਰੂ ਸਾਹਿਬਾਨ ਦੇ ਜੀਵਨ ਦਾ ਪ੍ਰਸੰਗ ਸੁਣਾ ਰਿਹਾ ਸੀ। ਆਪਣੇ ਪ੍ਰਸੰਗ ਵਿੱਚ ਹੀ ਉਸਨੇ ਜਦੋਂ ਇਹ ਸ਼ਬਦ ਕਹੇ ਕਿ ਮੀਟ ਸ਼ਰਾਬ ਖਾਣ ਵਾਲਿਆਂ ਨੂੰ ਨਾਮ ਬਾਣੀ ਅਸਰ ਨਹੀਂ ਕਰਦੇ, ਤਾਂ ਆਪ ਨੇ ਇਹ ਗੱਲ ਬੜੇ ਧਿਆਨ ਨਾਲ ਸੁਣੀ।
ਉਸ ਪ੍ਰਚਾਰਕ ਸਿੰਘ ਨੇ 2 ਵਾਰੀ ਇਹ ਗੱਲ ਆਖੀ। ਜਦੋਂ ਭੋਗ ਪਿਆ ਤਾਂ ਸੰਤ ਉਸ ਕੋਲ ਸਟੇਜ 'ਤੇ ਚਲੇ ਗਏ ਤੇ ਉਸ ਨੂੰ ਬਾਹੋਂ ਫੜ ਕੇ ਇੱਕ ਪਾਸੇ ਲੈ ਆਂਦਾ। ਆਪਣੇ ਉੱਪਰ ਲਿਆ ਭੂਰਾ ਉਸ ਦੇ ਥੱਲੇ ਵਿਛਾਇਆ, ਉਸ ਨੂੰ ਬਿਠਾਇਆ ਤੇ ਕਹਿਣ ਲੱਗੇ, ਸਾਨੂੰ ਇਹ ਗੱਲ ਫਿਰ ਸਮਝਾ ਕਿ ਮੀਟ ਸ਼ਰਾਬ ਵਰਤਣ ਵਾਲਿਆਂ ਨੂੰ ਨਾਮ ਬਾਣੀ ਅਸਰ ਨਹੀਂ ਕਰਦੇ। ਉਸ ਗੁਰਮੁਖ ਪਿਆਰੇ ਨੇ ਗੁਰਬਾਣੀ ਵਿੱਚੋਂ ਬਚਨ ਸੁਣਾਏ ਤੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਪੱਕੀ ਹਿਦਾਇਤ ਹੈ ਕਿ ਨਾ ਮਾਸ ਵਰਤਣਾ ਹੈ, ਨਾ ਕਿਸੇ ਪ੍ਰਕਾਰ ਦਾ ਨਸ਼ਾ। ਇਹ ਮਨ ਬੁੱਧੀ ਨੂੰ ਮਲੀਨ ਕਰਦੇ ਹਨ। ਇਹਨਾਂ ਦਾ ਹਿਸਾਬ ਕਿਤਾਬ ਮਰਨ ਮਗਰੋਂ ਧਰਮਰਾਜ ਨੂੰ ਦੇਣਾ ਪੈਣਾ ਹੈ। ਸਿੱਧੀ ਜਿਹੀ ਗੱਲ ਹੈ, ਜੇ ਸਾਡਾ ਜੀਣ ਨੂੰ ਜੀ ਕਰਦਾ ਹੈ ਤਾਂ ਬਾਕੀ ਜੀਵਾਂ ਦਾ ਵੀ ਜੀਣ ਨੂੰ ਜੀ ਕਰਦਾ ਹੈ। ਉਸਨੇ ਬਾਣੀ ਦੀਆਂ ਤੁਕਾਂ ਪੜ੍ਹੀਆਂ, ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ, ਨਾਨਕ ਸੱਚ ਅਮਲੀ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਈ, ਜੋ ਸਭ ਮਹਿ ਏਕ ਖੁਦਾਏ ਕਹਿਤ ਹੋ, ਤਉ ਕਿਉ ਮੁਰਗੀ ਮਾਰੈ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹਿ, ਤੀਰਥ ਬਰਤ ਨੇਮ ਕੀਐ, ਸਬੈ ਰਸਾ ਤਲ ਜਾਹਿ। ਕਬੀਰ ਜੀ ਜੋ ਮਾਰੈ ਜੋਰ ਕਰ, ਕਹਤੇ ਹੈ ਜੋ ਹਲਾਲ, ਦਫਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ, ਨਿਰਦਇਆ ਨਹੀਂ ਜੋਤ ਉਜਾਲਾ। ਉਸ ਗੁਰਮੁਖ ਪਿਆਰੇ ਦੇ ਬਚਨ ਸੁਣ ਕੇ ਆਪ ਪੂਰੀ ਤਰ੍ਹਾਂ ਦਰਾਵ ਗਏ। ਭਾਈ ਹਰਦਿੱਤ ਸਿੰਘ ਤੇ ਭਾਈ ਮੱਲਾ ਸਿੰਘ ਹੋਰਾਂ ਦੇ ਸ਼ਬਦ ਯਾਦ ਆਉਣ ਲੱਗੇ। ਕਹਿਣ ਲੱਗੇ, ਸਿੰਘ ਜੀ ਮੈਂ ਤਾਂ ਬੜਾ ਜਬਖਾਨਾ ਗਲ ਪਾਇਆ ਹੋਇਆ ਹੈ। ਉਸ ਗੁਰਮੁਖ ਪਿਆਰੇ ਨੇ ਆਪ ਦਾ ਹੱਥ ਫੜ ਲਿਆ ਤੇ ਕਹਿਣ ਲੱਗਾ, ਜਵਾਨਾ ਖੰਡੇ ਬਾਟੇ ਦੀ ਪੌਲ ਛਕ, ਵੈਸ਼ਨੋ ਬਿਰਤੀ ਰੱਖ ਕੇ ਸ਼ਬਦ ਦੀ ਕਮਾਈ ਕਰ, ਪਿਛਲੇ ਹਿਸਾਬ ਕਿਤਾਬ ਗੁਰੂ ਨਾਨਕ ਸਾਹਿਬ ਮੁਆਫ ਕਰ ਦੇਣਗੇ। ਆਪ ਉੱਠ ਖਲੋਤੇ, ਪੂਰਾ ਚੁੱਕਿਆ ਤੇ ਕਹਿਣ ਲੱਗੇ, ਸਾਡੇ ਕੋਲ ਹੋਰ ਤਾਂ ਕੁਝ ਨਹੀਂ ਹੈ, ਇਹੋ ਕੁਝ ਹੈ। ਇਹ ਕਹਿ ਕੇ ਉਹ ਪੂਰਾ ਉਸ ਦੇ ਭੇਟ ਕਰ ਦਿੱਤਾ। ਆਪ ਉਸ ਵੇਲੇ ਬੱਸ ਤੇ ਚੜ੍ਹ ਕੇ ਪਿੰਡ ਆ ਗਏ। ਸਾਰੀ ਬਿਰਤੀ ਬਦਲ ਗਈ। ਸਵੇਰੇ ਉੱਠਦਿਆਂ ਹੀ ਭਾਈ ਮੱਲਾ ਸਿੰਘ ਕੋਲ ਗਏ। ਕਹਿਣ ਲੱਗੇ, ਤਾਇਆ ਮੱਲਾ ਸਿਆਂ, ਤੇਰੀ ਗੱਲ ਸੱਚ ਹੈ। ਆਨੰਦਪੁਰੋਂ ਵੀ ਇਹੀ ਪੱਕੀ ਹੋਈ ਹੈ। ਵੈਸ਼ਨੋ ਬਿਰਤੀ ਪੱਕੀ, ਬਾਣੀ ਵੀ ਪੱਕੀ। ਹੁਣ ਬਿਰਤੀ ਹੋਰ ਅੰਤਰਮੁਖੀ ਹੋਣ ਲੱਗ ਪਈ। ਤੁਰਦਿਆਂ ਫਿਰਦਿਆਂ ਕਾਰ ਵਿਹਾਰ ਕਰਦਿਆਂ ਅੰਦਰ ਇੱਕ ਧਿਆਨ ਜਿਹਾ ਜੁੜਿਆ ਰਹਿਣਾ। ਅੰਦਰ ਵੱਜਦੀ ਸੀਕਰ ਵੱਲ ਜਿਵੇਂ ਜਿਵੇਂ ਧਿਆਨ ਦੇਣ ਲੱਗੇ, ਉਹ ਹੋਰ ਉੱਚੀ ਹੁੰਦੀ ਗਈ। ਮਨ ਉਚਾਟ ਹੋਣਾ ਸ਼ੁਰੂ ਹੋ ਗਿਆ। ਅਕਸਰ ਮੱਲਾ ਸਿੰਘ ਹੋਰਾਂ ਕੋਲ ਜਾ ਬਹਿਣਾ। ਗਿਆਨ ਕਮਾਈ ਹੈ ਪੂਛ ਜਨਾ ਵਾਲੀ ਗੱਲ ਸ਼ੁਰੂ ਹੋ ਗਈ। ਉੱਥੇ ਹਰ ਸਮੇਂ ਗੁਰਬਾਣੀ, ਸਟੀਕ, ਸਿੱਖ ਇਤਿਹਾਸ, ਜਨਮ ਸਾਖੀਆਂ, ਗੀਤਾ, ਯੋਗ ਵਿਸ਼ਿਸ਼ਟ ਅਤੇ ਹੋਰ ਗ੍ਰੰਥਾਂ ਦੀ ਵਿਚਾਰ ਹੁੰਦੀ ਰਹਿੰਦੀ। ਭਾਈ ਮੱਲਾ ਸਿੰਘ ਜੀ ਹਰੇਕ ਨੁਕਤੇ ਨੂੰ ਬੜੇ ਸਰਲ ਢੰਗ ਨਾਲ ਦੱਸਦੇ, ਸਮਝਾਉਂਦੇ। ਯੋਗ ਵਿਸ਼ਿਸ਼ਟ ਦੇ ਤੇ ਵਧੇਰੇ ਜ਼ੋਰ ਦਿੰਦੇ। ਇਹ ਸਰੀਰ ਹੋਰ ਹੈ ਤੇ ਆਤਮਾ ਹੋਰ ਹੈ। ਇਹ ਗੱਲ ਦ੍ਰਿੜ ਕਰਨੀ ਹੈ ਕਿ ਮੈਂ ਸਰੀਰ ਨਹੀਂ, ਆਤਮਾ ਹਾਂ। ਦੇਹੀ ਗੁਪਤ ਵਿਦੇਹੀ ਦਿਸੈ। ਆਤਮਾ ਦੀ ਖੋਜ ਹੀ ਪਰਮਾਤਮਾ ਦੀ ਖੋਜ ਹੈ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਇਹ ਜੋ ਅੰਦਰ ਬੋਲਦਾ ਹੈ, ਜੋ ਸੁਣਦਾ ਹੈ, ਜੋ ਵੇਖਦਾ ਹੈ, ਇਹ ਕੌਣ ਹੈ? ਇਸ ਨੂੰ ਬੁੱਝਣਾ ਹੈ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਪਹਿਲਾ ਕੰਮ ਇਹ ਕਰੇ ਕਿ ਸੰਸਾਰ ਦੇ ਭੋਗਾਂ ਦਾ ਤਿਆਗ ਕਰੇ। ਦੂਜਾ ਕੰਮ ਸਤਿਪੁਰਖਾਂ ਦੀ ਸੰਗਤ ਕਰੇ। ਜਿਸ ਨੇ ਆਪਣਾ ਆਪ ਸਤਿਪੁਰਖਾਂ ਨੂੰ ਸੌਂਪ ਦਿੱਤਾ, ਸਤਿਪੁਰਖਾਂ ਉਸ ਦੇ ਹਿਰਦੇ 'ਚ ਬ੍ਰਹਮ ਦਾ ਪ੍ਰਕਾਸ਼ ਕਰਾ ਦਿੱਤਾ। ਜੇ ਕੋ ਬਚਨ ਕਮਾਵੈ ਸੰਤਨ ਕਾ,
ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਸਾਧੂ ਦੀ ਸੰਗਤ ਇੱਕ ਐਸਾ ਰੁੱਖ ਹੈ ਜਿਸ ਨੂੰ ਆਤਮ ਗਿਆਨ ਦਾ ਫਲ ਲੱਗਦਾ ਹੈ। ਨਾਲ ਨਾਲ ਸ਼ਾਸਤਰਾਂ ਦੀ ਵਿਚਾਰ ਕਰੇ। ਅਗਿਆਨੀ ਵੀ ਸੰਗਤ ਵਿੱਚ ਆ ਕੇ ਗਿਆਨਵਾਨ ਹੋ ਜਾਂਦਾ ਹੈ। ਸਤ ਸੰਗਤ ਸੰਸਾਰ ਸਮੁੰਦਰ ਤੋਂ ਪਾਰ ਜਾਣ ਲਈ ਬੇੜਾ ਹੈ। ਜਿਸ ਨੇ ਸਤ ਸੰਗਤ ਕਰ ਲਈ ਉਸਨੇ ਸਮਝੋ ਸਭ ਤੀਰਥਾਂ ਦਾ ਇਸ਼ਨਾਨ ਕਰ ਲਿਆ। ਸਤ ਸੰਗਤ ਸਾਧ ਤੂਰ ਮੁਖ ਭਰੀ, ਇਸਨਾਨ ਕੀਓ 68 ਸੁਰਸਰੀ। ਜਿਸ ਤਰ੍ਹਾਂ ਗਰੀਬ ਬੰਦਾ ਧਨ ਲੱਭਦਾ ਹੈ, ਜਗਿਆਸੂ ਸਤ ਸੰਗਤ ਲੱਭਦਾ ਹੈ। ਪਰਮੇਸ਼ਰ ਦੀ ਵਿਚਾਰ ਹੀ ਹੈ ਜਿਹੜੀ ਮਨ ਨੂੰ ਸ਼ਾਂਤੀ ਦਿੰਦੀ ਹੈ, ਹੋਰ ਕੋਈ ਨਹੀਂ। 4 ਗੱਲਾਂ ਜ਼ਰੂਰੀ ਹਨ ਪਰਮਾਰਥੀ ਲਈ: ਉਦਮ, ਵਿਚਾਰ, ਸਤ ਸੰਗਤ ਅਤੇ ਸੰਤੋਖ। ਯਤਨ ਨਾ ਛੱਡੋ। ਨਾਲ ਹੀ ਪਰਮੇਸ਼ਰ ਅੱਗੇ ਨਿਮਾਣਾ ਬਣ ਕੇ ਬੇਨਤੀਆਂ ਕਰੇ। ਸਤਿਪੁਰਖਾਂ ਦੀ ਸੰਗਤ ਕਰਦਿਆਂ ਗੁਰਬਾਣੀ ਦੀ ਵਿਚਾਰ ਕਰੇ, ਫਿਰ ਉਸ ਨੂੰ ਆਪਣੇ ਅਨੁਭਵ ਵਿੱਚ ਲਿਆਏ। ਰਾਤ ਦਿਨ ਉਦਮ ਯਤਨ ਕਰੇ। ਜੇ ਢਿੱਲ ਆਉਂਦੀ ਜਾਪੇ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੋਦੜੀ ਕਰੇ। ਜਦੋਂ ਗੁਰੂ, ਸ਼ਿਸ਼ ਤੇ ਸ਼ਾਸਤਰ ਇੱਕ ਹੋ ਜਾਂਦੇ ਹਨ ਤਾਂ ਮਨੁੱਖ ਦਾ ਕਲਿਆਣ ਹੁੰਦਾ ਹੈ। ਗੁਰਬਾਣੀ ਆਤਮ ਬੋਧ ਵਾਸਤੇ ਸਭ ਤੋਂ ਸ੍ਰੇਸ਼ਟ ਸ਼ਾਸਤਰ ਹੈ। ਇਸ ਤੋਂ ਵੱਧ ਕੇ ਤ੍ਰਿਲੋਕੀ ਵਿੱਚ ਹੋਰ ਕੋਈ ਸ਼ਾਸਤਰ ਨਹੀਂ ਹੈ। ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਐਸਾ ਕੋਈ ਦੀਪਕ ਨਹੀਂ। ਇੱਥੋਂ ਹੀ ਨਾਮ ਪ੍ਰਗਟਦਾ ਹੈ। ਇਹ ਬਾਣੀ ਨਿਜ ਘਰ ਵਿੱਚ ਲੈ ਜਾਂਦੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਹੈ, ਪਰ ਇਹ ਵਿਚਾਰਵਾਨ ਲਈ ਹੈ। ਇਹ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਪੁਰਖ ਕੀ, ਨਿਜ ਘਰ ਵਾਸਾ ਹੋਏ। ਸੰਤਾਂ ਨੇ ਮੱਲਾ ਸਿੰਘ ਜੀ ਕੋਲੋਂ ਇਹ ਵਿਚਾਰ ਧਿਆਨ ਨਾਲ ਸੁਣਦੇ, ਫਿਰ ਇਹਨਾਂ ਵਿਚਾਰਾਂ ਨੂੰ ਰਾਤ ਦਿਨ ਦ੍ਰਿੜ ਕਰਦੇ ਰਹਿਣਾ। ਡੰਗਰ ਚੁਗਦੇ ਰਹਿਣੇ, ਅਸਾਂ ਆਪਣਾ ਕੰਮ ਪੱਕਾ ਕਰੀ ਜਾਣਾ। ਹੌਲੀ ਹੌਲੀ ਹੁਣ ਇਹਨਾਂ ਦੀ ਇਕੱਲਿਆਂ ਰਹਿਣ ਦੀ ਬਿਰਤੀ ਵੱਧ ਗਈ। ਆਪਣੇ ਆਪ ਵਿੱਚ ਮਸਤ ਰਹਿਣਾ, ਬਿਰਤੀ ਇੱਕ ਨੁਕਤੇ 'ਤੇ ਇਕੱਠੀ ਹੁੰਦੀ ਗਈ। ਇਸ ਦਾ ਸਵਾਦ ਆਉਣ ਲੱਗ ਪਿਆ। ਅੰਦਰਲੀ ਧੁਨ ਹੋਰ ਪ੍ਰਬਲ ਹੁੰਦੀ ਗਈ। ਕਦੀ ਕਦੀ ਇਹ ਧਨ ਸਵਾਸਾਂ ਨਾਲ ਜੁੜ ਕੇ ਬੜੀ ਤੇਜ਼ ਚੱਲਣੀ, ਜਿਵੇਂ ਹਨੇਰੀ ਆਈ ਹੋਵੇ। ਨਾਮ ਦਾ ਹੁੰਗਾਰਾ ਆਉਣਾ, ਆਲੇ ਦੁਆਲੇ ਦੀ ਖਬਰ ਨਾ ਰਹਿਣੀ। ਉਂਝ ਯਤਨ ਕਰਨਾ ਕਿ ਕਿਸੇ ਨੂੰ ਪਤਾ ਨਾ ਲੱਗੇ। ਇਹ ਧੁਨ ਅੰਦਰੇ ਅੰਦਰ ਪੱਕੀ ਹੋਵੇ। ਅਗਲੇ ਸਾਲ ਆਪ ਹੋਲੇ ਮਹੱਲੇ 'ਤੇ ਫਿਰ ਅਨੰਦਪੁਰ ਸਾਹਿਬ ਗਏ, ਰੋਜ਼ ਦੀਵਾਨ ਸੁਣਨੇ। ਆਖਰੀ ਦਿਨ ਨਿਹੰਗਾਂ ਦੇ ਜਥੇ ਵਿੱਚ ਜਾ ਬੈਠੇ। ਕਹਿਣ ਲੱਗੇ, ਮੈਨੂੰ ਵੀ ਆਪਣੇ ਨਾਲ ਰੱਖ ਲਓ। ਨਿਹੰਗ ਮੁਖੀ ਨੇ ਕਿਹਾ, ਪਹਿਲਾਂ ਅੰਮ੍ਰਿਤ ਛਕੋ। ਅਨੰਦਪੁਰ ਸਾਹਿਬ ਤੋਂ ਹੀ ਆਪ ਨੇ ਅੰਮ੍ਰਿਤ ਛਕਿਆ। ਸਿੰਘ ਸੱਜ ਗਏ। ਰੂਹ ਤਾਂ ਪਹਿਲਾਂ ਹੀ ਰੰਗੀ ਹੋਈ ਸੀ, ਅੱਜ ਇੱਕ ਹੋਰ ਵਡੇਰੀ ਬਖਸ਼ਿਸ਼ ਹੋ ਗਈ। ਹੋਲਾ ਮਹੱਲਾ ਮੁੱਕ ਗਿਆ, ਪਰ ਆਪ ਘਰ ਨਾ ਆਏ। ਨਿਹੰਗ ਸਿੰਘਾਂ ਕੋਲ ਰਹੇ। ਹੁਣ ਫਿਰ ਬੇਨਤੀ ਕੀਤੀ, ਪਰ ਉਸ ਮੁਖੀ ਜਥੇਦਾਰ ਨੇ ਕਿਹਾ, ਸਿੰਘ ਜੀ, ਤੁਸੀਂ ਗ੍ਰਸਤੀ ਹੋ। ਗ੍ਰਸਤ ਦੀ ਪਾਲਣਾ ਕਰਨਾ ਆਪ ਦਾ ਧਰਮ ਹੈ। ਕਿਰਤ ਵਿਰਤ ਕਰਦਿਆਂ ਨਿਰਲੇਪ ਰਹਿਣਾ ਹੈ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਗ੍ਰਸਤ ਵਿੱਚ ਰਹਿੰਦਿਆਂ ਹੀ ਆਪ ਤੇ ਬਖਸ਼ਿਸ਼ ਕਰਨਗੇ। ਬਸ ਅੰਤਰ ਆਤਮੇ ਚੇਤਨ ਕਰ ਰਹੋ। ਆਪ ਲਗਭਗ 1 ਮਹੀਨਾ ਉੱਥੇ ਰਹੇ। ਜੋ ਸੇਵਾ ਜਥੇ ਵੱਲੋਂ ਲੱਗਣੀ ਉਹ ਕਰ ਛੱਡਣੀ, ਪਰ ਵਧੇਰੇ ਸਮਾਂ ਨਾਮ ਵਿੱਚ ਜੁੜਿਆ ਲੰਘ ਜਾਣਾ। ਇੱਥੇ ਰਹਿੰਦਿਆਂ ਹੀ ਆਪ ਨੇ ਨਿਹੰਗਾਂ ਕੋਲੋਂ ਸ਼ਰਦਾਈ ਛਕਣੀ ਸ਼ੁਰੂ ਕੀਤੀ। ਇਸ ਨਾਲ ਤਾਂ ਸੁਰਤੀ ਬਿਰਤੀ ਕਿੰਨਾ ਚਿਰ ਟਿਕੀ ਰਹਿਣੀ, ਘੰਟਿਆਂ ਬੱਧੀ ਟਿਕਾ ਰਹਿਣਾ। ਅੰਦਰਲੀ ਅਵਸਥਾ ਹੋਰ ਦੀ ਹੋਰ ਹੋ ਗਈ। ਫਿਰ ਪਿੰਡ ਆ ਗਏ। ਆਪ ਨੇ ਦੱਸਿਆ ਕਿ ਇੱਕ ਵਾਰੀ ਕਿਸੇ ਨੇ ਸ਼ਰਾਰਤ ਨਾਲ ਗੁੜ 'ਚ ਸੁੱਖਾ ਤੇ ਤਿਲ ਰਲਾ ਕੇ ਉਸ ਦੀ ਇੱਕ ਪੇਸੀ ਸਾਨੂੰ ਦੇ ਦਿੱਤੀ। ਸਾਨੂੰ ਨਹੀਂ ਸੀ ਪਤਾ ਕਿ ਇਹਦੇ ਵਿੱਚ ਸੁੱਖਾ ਹੈ।
ਅਸੀਂ ਸਵਾਦ ਵਿੱਚ ਉਹ ਸਾਰੀ ਪੇਸੀ ਖਾ ਲਈ। ਸੁਰਤ ਵਿੱਚ ਤਾਂ ਪਹਿਲਾਂ ਹੀ ਬੜਾ ਟਿਕਾ ਸੀ। ਸੁੱਖੇ ਦਾ ਇੰਨਾ ਅਸਰ ਹੋਇਆ ਕਿ 1 ਮਹੀਨਾ ਕਿਸੇ ਹੋਰ ਗੱਲ ਦੀ ਸੋਝੀ ਨਾ ਰਹੀ। ਪੱਠੇ ਲੈ ਆਉਣੇ, ਕੁਤਰ ਕੇ ਪਾ ਦੇਣੇ, ਪਰ ਉਂਝ ਪਤਾ ਕੁਝ ਨਹੀਂ ਕਿਵੇਂ ਸਭ ਕੁਝ ਹੁੰਦਾ ਰਿਹਾ। ਮਹੀਨੇ ਬਾਅਦ ਸੁਰਤ ਹੇਠਾਂ ਆਈ। ਅਸੀਂ ਕਹੀਏ, ਸਾਡੇ ਪੱਠੇ ਇੰਨੇ ਕੌਣ ਲੈ ਗਿਆ ਵੱਢ ਕੇ? ਭਰਾਵਾਂ ਦੱਸਿਆ ਕਿ ਕਿਸੇ ਨੇ ਵੱਢੇ, ਤੂੰ ਹੀ ਵੱਢੇ ਹਨ। ਤੇਰੀ ਸੁਰਤ ਹੀ ਟਿਕਾਣੇ ਨਹੀਂ ਸੀ, ਪਤਾ ਨਹੀਂ ਲੱਗਾ। ਅੰਦਰ ਰੰਗ ਚਲੂਲਾ ਚੜ੍ਹਦਾ ਗਿਆ। ਰਸਾਂ ਕਸਾਂ ਤੋਂ ਮਨ ਉਚਾਟ ਹੋਣ ਲੱਗ ਪਿਆ। ਤੁਰਦਿਆਂ ਫਿਰਦਿਆਂ ਬਿਰਤੀ ਅੰਤਰਮੁਖੀ ਰਹਿਣੀ, ਸਿਰਫ ਗੁਰੂ ਵਾਲੀ ਗੱਲ ਚੰਗੀ ਲੱਗਣੀ। ਸੰਸਾਰਕ ਧੰਦੇ ਹੌਲੀ ਹੌਲੀ ਛੁੱਟਣ ਲੱਗ ਪਏ। ਯਤਨ ਕਰਦੇ ਕਿ ਵੱਧ ਤੋਂ ਵੱਧ ਸਮਾਂ ਇਕੱਲਿਆਂ ਰਿਹਾ ਜਾਏ। ਸਾਰਾ ਦਿਨ ਮਨ ਇੱਕ ਹੀ ਕਾਰ ਵਿੱਚ ਮਸਤ ਰਹਿਣਾ ਲੋਚਦਾ, ਨਾਮ ਜਾਂ ਬਾਣੀ। ਇਹ ਰੰਗ ਮਜੀਠ ਹੌਲੀ ਹੌਲੀ ਆਪ ਦੀ ਬਿਰਤੀ ਨੂੰ ਆਤਮ ਸਾਖਿਆਤ ਦੀ ਮੰਜ਼ਿਲ ਤੇ ਲੈ ਗਿਆ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ। ਮੈਲਾ ਕਦੇ ਨਾ ਹੋਵਈ, ਨਹਿ ਲਾਗੈ ਦਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।